ਉਹਨੂੰ ਕੋਈ ਸਮਝ ਨਹੀਂ ਸੀ ਆ ਰਹੀ ਵੀ ਕੀ ਆਂਦੇ ਨੇ ਪਏ ਤੇ ਕੀ ਨਹੀਂ ਆਂਦੇ ਪਏ। ਪਰ ਉਹਨਾਂ ਤੇ ਇੱਕ ਤੁੱਕ ਉਹਨੂੰ ਘਲਿਆ ਉੱਥੋਂ, ਉਹ ਆ ਗਿਆ ਆਪਣੀ ਨਾ ਝੌਂਪੜੀ 'ਚ ਆ ਗਿਆ। ਲੇਕਿਨ ਮਲੰਗ ਅੱਗੇ ਤੇ ਮਲੰਗ ਹੈ ਸੀ, ਹੁਣ ਮਸਤ ਮਲੰਗ ਹੋ ਗਿਆ। ਉਹਨੂੰ ਨਾ ਰਾਤੀ ਨੀਂਦਰ ਆਵੇ ਨਾ ਦਿਹਾੜੀ ਨੀਂਦਰ ਆਵੇ, ਸਾਰਾ ਦਿਨ ਜਨਾਬ ਉੱਥੇ ਪਿਆ ਰਵੇ ਤੇ ਬਾਦਸ਼ਾਹਜ਼ਾਦੀ ਦੇ ਬਾਰੇ ਸੋਚਦਾ ਰਵੇ ਵੀ ਕਿਸੇ ਤਰੀਕੇ ਮੈਂ ਉਹਨੂੰ ਹਾਸਲ ਕਰਾਂ। ਬਾਹਰੋਂ ਨੇ ਪਤਾ ਸ਼ਤਾ ਕਰਾਇਆ ਬਾਦਸ਼ਾਹ ਦੀ ਆਦਤ ਦੇ ਬਾਰੇ 'ਚ ਵੀ ਕਿਸ ਤਰ੍ਹਾਂ ਦੇ ਨੇ ਬਾਦਸ਼ਾਹ ਸਲਾਮਤ, ਜ਼ਿਆਦਾ ਗੁੱਸੇ ਵਾਲੇ ਤੇ ਨਹੀਂ, ਕੀ ਹਿਸਾਬ ਕਿਤਾਬ ਹੈ। ਲੇਕਿਨ ਉਹਨੂੰ ਕੋਈ ਸਮਝ ਨਾ ਆਵੇ ਕਿ ਮਲੰਗ ਫਕੀਰ ਨੂੰ ਬਾਦਸ਼ਾਹ ਦਾ ਰਿਸ਼ਤਾ ਦਿੰਦਾ, ਕੋਈ ਤਰੀਕਾ ਹੀ ਨਹੀਂ। ਬਲ ਕਾਫੀ ਦਿਨ ਗੁਜ਼ਰਨੇ ਤੋਂ ਬਾਅਦ ਨਾ ਉਹ ਸੋਚਿਆ ਵੀ ਕਿਉਂ ਨਾ ਮੈਂ ਡਾਇਰੈਕਟ ਬਾਦਸ਼ਾਹ ਕੋਲ ਜਾਵਾਂ ਤੇ ਜਾ ਕੇ ਰਿਸ਼ਤਾ ਹੀ ਮੰਗ ਲਾਂ। ਜ਼ਾਹਿਰ ਹੈ ਇਸਲਾਮ ਵਿੱਚ ਵੇਖੋ ਨਾ, ਕਿਸੇ को ਰਿਸ਼ਤਾ ਮੰਗਣਾ ਕੋਈ ਗੁਨਾਹ ਨਹੀਂ, ਚਾਹੇ ਕੋਈ ਫਕੀਰ ਬਾਦਸ਼ਾਹ को ਮੰਗ ले ਜਾਂ ਕੋਈ ਬਾਦਸ਼ਾਹ ਫਕੀਰ को ਮੰਗ ले। ਉਹ ਜਨਾਬ ਇੱਕ ਦਿਹਾੜੇ ਟੁਰਦਾ ਟੁਰਦਾ ਨਾ ਤੇ ਮਹਿਫਲ ਲੱਗੀ ਹੋਵੇ, ਬਾਦਸ਼ਾਹ ਸਲਾਮਤ ਬੈਠੇ ਹੋਣ ਤੇ ਇਹ ਵੀ ਜਾ ਵੜਿਆ ਉੱਥੇ। ਇਹਨੇ ਜਿਸ ਮਹਿਫਲ ਖਤਮ ਹੋਈ, ਇਹਨੇ ਵਜ਼ੀਰ ਨੂੰ ਆਖਿਆ ਵੀ ਮੇਰੀ ਬਾਦਸ਼ਾਹ ਨਾਲ ਸਾਹਿਬ ਨਾਲ ਮੁਲਾਕਾਤ ਕਰਾਓ, ਮੈਨੂੰ ਬੜਾ ਜ਼ਰੂਰੀ ਕੰਮ ਹੈ। ਉਹਨਾਂ ਵੇਖਿਆ ਵੀ ਦਰਵੇਸ਼ ਬੰਦਾ ਹੈ, ਕੋਈ ਖਾਸ ਗੱਲ ਹੈ ਕਿ ਜਿਹੜਾ ਬਾਦਸ਼ਾਹ ਸਲਾਮਤ ਨੂੰ ਮਿਲਣਾ ਚਾਹੁੰਦਾ। ਉਹਨੇ ਬਾਦਸ਼ਾਹ ਸਲਾਮਤ ਨਾਲ ਗੱਲ ਕੀਤੀ, ਉਹਨੇ ਵਜ਼ੀਰ ਨੇ ਕਿ ਬਾਦਸ਼ਾਹ ਸਲਾਮਤ ਇਸ ਤਰ੍ਹਾਂ ਇੱਕ ਦਰਵੇਸ਼ ਤੁਹਾਨੂੰ ਮਿਲਣਾ ਚਾਹੁੰਦਾ ਤਨਹਾਈ 'ਚ। ਬਾਦਸ਼ਾਹ ਵੀ ਬੜਾ ਪਰੇਸ਼ਾਨ ਹੋਇਆ, ਸੋ ਆਖਿਆ ਖੈਰ ਹੋਵੇ, ਕਿਹੜਾ ਬੰਦਾ ਜਿਹੜਾ ਕਿ ਸਪੈਸ਼ਲ ਮੈਨੂੰ ਮਿਲਣਾ ਚਾਹੁੰਦਾ। ਉਹਨਾਂ ਆਖਿਆ ਅੱਛਾ ਮੈਂ ਵਿਹਲਾ ਹੋਣਾ, ਤੁਹਾਨੂੰ ਮੇਰੇ ਕੋਲ ਭੇਜੋ। ਜਿਸ ਟਾਈਮ ਬਾਦਸ਼ਾਹ ਸਲਾਮਤ ਵਿਹਲੇ ਹੋਏ ਤੇ ਉਹਨਾਂ ਮਲੰਗਰਾਂ ਨੂੰ ਭੇਜ ਦਿੱਤਾ ਬਾਦਸ਼ਾਹ ਸਲਾਮਤ ਕੋਲ। ਹੁਣ ਵਜ਼ੀਰ ਉੱਥੇ ਖਲੋਤਾ ਹੋਏ ਬਾਦਸ਼ਾਹ ਸਲਾਮਤ ਕੋਲ, ਇੱਕ ਉਹਨਾਂ ਦਾ ਸਿਪਾਹੀ ਹੋਵੇ, ਇੱਕ ਬਾਦਸ਼ਾਹ ਸਲਾਮਤ ਹੋ। ਉਹਨਾਂ ਆਖਿਆ ਹਾਂ ਬਈ ਮਲੰਗ ਕੌਣ ਹੈ ਤੂੰ ਤੇ ਕਿਵੇਂ ਤੇ ਕੀ ਮਸਲਾ ਹੈ। ਉਹਨਾਂ ਆਖਿਆ ਬਾਦਸ਼ਾਹ ਸਲਾਮਤ ਇੱਕ ਗੱਲ ਬੜੀ ਵੱਡੀ ਹੈ, ਅਗਰ ਇਜਾਜ਼ਤ ਹੋਵੇ ਤੇ ਮੈਂ ਕਰਾਂ। ਉਹਨਾਂ ਆਖਿਆ ਹੁਣ ਤੈਨੂੰ ਟਾਈਮ ਦਿੱਤਾ ਮੁਲਾਕਾਤ ਦਾ ਤੇ ਲਿਹਾਜ਼ਾ ਤੇਰੇ ਜਿਹੜੀ ਵੀ ਦਿਲ 'ਚ ਗੱਲ ਹੈ ਤੂੰ ਕਰ। ਉਹਨਾਂ ਆਖਿਆ ਬਾਦਸ਼ਾਹ ਸਲਾਮਤ ਮੈਂ ਤੁਹਾਡੀ ਬੇਟੀ ਨਾਲ ਸ਼ਾਦੀ ਕਰਨਾ ਚਾਹੁੰਦਾ, ਮੈਂ ਰਿਸ਼ਤਾ ਲੈ ਕੇ ਆਇਆ। ਬਾਦਸ਼ਾਹ ਦੂਰ ਅੰਦੇਸ਼ ਆਦਮੀ ਸੀ, ਉਹ ਤੇ ਬਰਦਾਸ਼ਤ ਕਰ ਗਿਆ। ਵਜ਼ੀਰ ਨੇ ਤਲਵਾਰ ਕੱਢ ਲਈ। ਬਾਦਸ਼ਾਹ ਆਖਿਆ ਖਲੋ ਜਾਓ, ਇਹਨੂੰ ਹੱਕ ਕੇ ਅੱਗੋਂ ਸਾਡੀ ਮਰਜ਼ੀ ਹੈ ਕੀ ਅਸੀਂ ਕਰਦੇ ਹਾਂ। ਉਹਨਾਂ ਆਖਿਆ ਜੀ ਗੱਲ ਇਹ ਵੇ ਕਿ ਅਸੀਂ ਸੋਚਨੇ ਹਾਂ, ਅਸੀਂ ਸੋਚ ਕੇ ਤੈਨੂੰ ਦੱਸਾਂਗੇ ਵੀ ਰਿਸ਼ਤਾ ਅਸੀਂ ਤੈਨੂੰ ਦਿੰਦੇ ਹਾਂ ਜਾਂ ਨਹੀਂ। ਦਰਵੇਸ਼ ਚਲਾ ਗਿਆ। ਜਿਸ ਦਿਨ ਉਹਨਾਂ ਦੁਬਾਰਾ ਟਾਈਮ ਦਿੱਤਾ ਸੀ ਨਾ, ਉਸੇ ਦਿਨ ਦਰਵੇਸ਼ ਸਾਹਿਬ ਫਿਰ ਉੱਥੇ ਹਾਜ਼ਰ ਹੋ ਗਏ। ਉਹਨਾਂ ਕਿਹਾ ਜੀ ਹਾਂ। ਬਾਦਸ਼ਾਹ ਸਲਾਮਤ ਨੇ ਵਜ਼ੀਰ ਨੂੰ ਆਖਿਆ ਵੀ ਇਹਨੂੰ ਅਸੀਂ ਐਵੇਂ ਇਨਕਾਰ ਨਹੀਂ ਕਰ ਸਕਦੇ, ਕੋਈ ਤਰੀਕਾ ਲੱਭ, ਇਹ ਤੂੰ ਜਾਨ ਛੁੱਟ ਜਾਏ ਸਾਡੀ। ਉਸ ਆਖਿਆ ਜੀ ਅੱਛਾ। ਵਜ਼ੀਰ ਉਹਨੂੰ ਕਹਿੰਦਾ ਹੈ ਵੀ ਗੱਲ ਹੈ ਕਿ ਅਸੀਂ ਤੇਰਾ ਰਿਸ਼ਤਾ ਮੰਗਣਾ ਜਿਹੜਾ ਨਾ ਇਹ ਇੱਥੇ ਇੰਟਰ ਕਰ ਲੈਂਦੇ ਹਾਂ, ਹੋਰ ਵੀ ਲਿਸਟ ਬੜੀ ਸ਼ਹਿਜ਼ਾਦਿਆਂ ਦੀ, ਤੇ ਜਿਹਨੂੰ ਬਾਅਦ ਸ਼ਹਿਜ਼ਾਦੀ ਪਸੰਦ ਕਰੇਗੀ ਉਹਦੇ ਨਾਲ ਦੀ ਸ਼ਾਦੀ ਕਰ ਦਿਆਂਗੇ। ਤੇ ਲੇਕਿਨ ਤੂੰ ਜ਼ਾਹਿਰ ਹੈ ਕੋਈ ਸ਼ਹਿਜ਼ਾਦਾ ਨਹੀਂ ਹੈ, ਇੱਕ ਆਮ ਬੰਦਾ ਫਕੀਰ ਹੈ, ਤੇ ਤੁਹਾਡੀ ਇੱਕ ਸ਼ਰਤ ਪੂਰੀ ਅਗਰ ਤੂੰ ਕਰ ਦੇਣ ਤੇ ਅਸੀਂ ਰਿਸ਼ਤਾ ਬਾਦ ਸ਼ਹਿਜ਼ਾਦੀ ਕੋਲ ਲੈ ਕੇ ਤੇਰਾ ਜਾਵਾਂਗੇ। ਅੱਗੋਂ ਫਿਰ ਕਰਦੀ ਹੈ ਜਾਂ ਨਹੀਂ ਕਰਦੀ ਬਾਤ ਦਾ ਮਸਲਾ। ਉਹਨੇ ਆਖਿਆ ਜੀ ਸ਼ਰਤ ਦੱਸੋ। ਵਜ਼ੀਰ ਨੇ ਉਹ ਸ਼ਰਤ ਦੱਸੀ ਕਿ ਜਿਹੜੀ ਨਾਮੁਮਕਿਨ ਸੀ ਵੀ ਇਹ ਨਾ ਪੂਰੀ ਕਰੇ ਤੇ ਨਾ ਇਹ ਦੁਬਾਰਾ ਦਰਬਾਰ 'ਚ ਆਵੇ। ਉਹਨੇ ਨਾ ਵਜ਼ੀਰ ਨੇ ਉਹਨੂੰ ਆਖਿਆ ਬਈ ਇੱਕ ਕਾਲੇ ਰੰਗ ਦਾ ਹੀਰਾ ਡਾਇਮੰਡ ਅਗਰ ਤੂੰ ਲੈ ਆਵੇਂ ਤੇ ਅਸੀਂ ਤੇਰੀ ਕੋਸ਼ਿਸ਼ ਕਰਾਂਗੇ ਕਿ ਸ਼ਹਿਜ਼ਾਦੀ ਨਾਲ ਸ਼ਾਦੀ ਕਰ ਦਈਏ, ਅਸੀਂ ਮਨਾ ਨਹੀਂ ਕਰਾਂਗੇ। ਉਹ ਫਕੀਰ ਪਰੇਸ਼ਾਨ ਹੋ ਗਿਆ। ਉਸ ਆਖਿਆ ਜਨਾਬ ਚਿੱਟੇ ਰੰਗ ਦਾ ਜਾਂ ਸ਼ੀਸ਼ੇ ਦਾ ਹੀਰਾ ਤੇ ਮੈਂ ਵੀ ਜ਼ਿੰਦਗੀ 'ਚ ਸੁਣਿਆ, ਇਹ ਕਾਲੇ ਰੰਗ ਦਾ ਹੀਰਾ ਜਿਹੜਾ ਮੈਂ ਨਾ ਸੁਣਿਆ ਨਾ ਵੇਖਿਆ ਜ਼ਿੰਦਗੀ 'ਚ। ਉਸ ਆਖਿਆ ਸਾਡੀ ਸ਼ਰਤ ਇਹ ਹੋਈ ਹੈ ਡਾਇਮੰਡ ਹੋਵੇ ਅਸਲੀ ਤੇ ਹੋਵੇ ਕਾਲੇ ਰੰਗ ਦਾ, ਇਹ ਲੈ ਆ ਤੇ ਆ ਜਾ।
ਫਕੀਰ ਮਾਯੂਸ ਪੈਰਾਂ ਨਾਲ ਲੱਤਾਂ ਧਰੋਂਦਾ ਜਨਾਬ ਝੌਂਪੜੀ 'ਚ ਆਇਆ। ਸਾਰੀ ਰਾਤ ਫਕੀਰ ਨੂੰ ਨੀਂਦਰ ਕੋਈ ਨਾ, ਇਹ ਸੋਚਦਾ ਰਿਹਾ। ਫਿਰ ਉਹਨੇ ਆਪਣੇ ਰੱਬ ਦਾ ਖਿਆਲ ਆਇਆ। ਉਸ ਆਖਿਆ ਵੀ ਜਿਹੜਾ ਕੰਮ ਨਹੀਂ ਹੁੰਦਾ ਉਹ ਮੇਰਾ ਸੋਹਣਾ ਰੱਬ ਕਰ ਸਕਦਾ। ਰੱਬ ਚਾਹੇ ਤੇ ਕਾਲਾ ਛੱਡ ਕੇ ਨੀਲਾ ਪੀਲਾ ਸਾਰੇ ਹੀਰੇ ਮੈਨੂੰ ਦੇ ਸਕਦਾ।